देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਜਿੱਥੇ ਕਿਸਾਨਾਂ ਵੱਲੋਂ ਲਗਾਤਾਰ ਧਰਨੇ ਲਗਾਏ ਜਾ ਰਹੇ ਨੇ, ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਹੁਣ ਪੂਰੇ ਹਿੰਦੁਸਤਾਨ ਦੇ ਵਿੱਚ, ਉੱਥੇ ਹੀ ਕਿਤੇ ਨਾ ਕਿਤੇ ਇਹ ਗੱਲ ਉੱਡਣੀ ਸ਼ੁਰੂ ਹੋ ਗਈ ਸੀਗੀ ਕਿ ਸ਼ਹਿਰੀਆਂ ਨੂੰ ਇਸ ਧਰਨੇ ਦੇ ਨਾਲ ਖਾਸੀ ਦਿੱਕਤ ਆ ਰਹੀ ਹੈ ਤੇ ਇਸ ਦਾ ਸਿੱਟਾ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ। ਉੱਥੇ ਹੀ ਅੱਜ ਫਗਵਾੜੇ ਦੇ ਵਿੱਚ ਇੱਕ ਐਸਾ ਧਰਨਾ ਲਗਾਇਆ ਗਿਆ ਜੋ ਕਿ ਕਿਸਾਨਾਂ ਦੇ ਹਿੱਤਾਂ ਦੇ ਲਈ ਸੀਗਾ। ਨਾਲੋਂ ਨਾਲ ਉੱਥੇ ਕਲਾਕਾਰ ਵੀ ਪਹੁੰਚੇ ਤੇ ਹੋਰ ਵੀ ਵਿਦਵਾਨ ਪਹੁੰਚੇ, ਪਰ ਖਾਸ ਚੀਜ਼ ਇਹ ਸੀਗੀ ਕਿ ਅੱਜ ਇੱਥੇ ਰਣਜੀਤ ਬਾਵਾ ਆਪ ਆਏ ਸੀ ਤੇ ਉਹਨਾਂ ਦੇ ਨਾਲ कन्वर गरेवाल खान साहब ते एक ऐसा शख्स साढ़े नाल जो बैठा है जिसका नाम है बीर सिंह, जिसने गाना लिखिया सीगा मेरा की कसूर, जिस तो बाद कि रणजीत बावा नूं परसनल तौर के उत्ते थ्रैट भी आने शुरू हो गए, धमकियां आउणियां शुरू हो गई, कॉल्स भी आने शुरू हो गए, परचे तक हो गए। पर उसका सिट्टा अगे की निकलदा सीगा इस दे बारे किसी ने कुछ नहीं सोचा। सो इसी मौके के उत्ते पहलां ते आपां गलबात करते हैं बीर सिंह दे नाल कि सब तो पहलां अज दा जिहड़ा मेन मुद्दा सीगा कि खेती ऑर्डीनेंस जो कि हुणे एक एक्ट बन चुका है, उस दे बारे तुहाडा की कहना है, उन्होंने किस तरीके दे नाल तुसीं रद्द कराउणा चाहुंदे हो ते जिस तरीके इस वेले केंद्र सरकार पेश आ रही है उस नूं किस तरीके तुसीं अगे टैकल करोगे? देखो ये काम सब तो पहला तो साडे बुद्धिजीवियों का और असी उन्हां दी सपोर्ट दे विच असी इनीशिएटिव्स नहीं आ, असी सपोर्टर्स आ। ਜਿਹੜੀ ਇੱਕ ਮੁਹਿੰਮ ਛੇੜੀ ਗਈ ਆ ਅਸੀਂ ਉਹਦੇ ਸਪੋਰਟ ਦੇ ਵਿੱਚ ਆਏ ਆ। ਅਸੀਂ ਇਹ ਮੂਵਮੈਂਟ ਇਨੀਸ਼ੀਏਟ ਨਹੀਂ ਸੀ ਕੀਤੀ। ਸੋ ਜਿੱਦਾਂ ਕਿਸਾਨ ਜਥੇਬੰਦੀਆਂ ਦਾ, ਬੁੱਧੀਜੀਵੀਆਂ ਦਾ ਆਪਸੀ ਫੈਸਲਾ ਹੋਊਗਾ, ਆਪਸੀ ਪਲੈਨਿੰਗ ਹੋਊਗੀ, ਅਸੀਂ ਉਸ ਪਲੈਨਿੰਗ ਦੇ ਸਪੋਰਟ ਦੇ ਵਿੱਚ ਖੜੇ ਰਵਾਂਗੇ। ਸੋ ਸਪੋਰਟ ਦੇ ਵਿੱਚ ਤੁਸੀਂ ਇਸ ਵੇਲੇ ਖੜੇ ਹੋ ਪੂਰੀ ਤਰੀਕੇ ਦੇ ਨਾਲ। ਆਪਾਂ ਜੇਕਰ ਹੁਣ ਗੱਲ ਕਰੀਏ ਵੀ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਕਿਤੇ ਨਾ ਕਿਤੇ, ਹੋਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਇਹੀ ਮਾਡਲ ਜਿਹੜੇ ਨੇ USA यूरोप ਦੇ ਵਿੱਚ पास हो के फेल हो चुके हैं, बिहार दे विच पूरी तरह फेल हो चुके हैं, जिस तो बाद कि बिहार की किसानी बहुत रुड़ चुकी है। पर किसानी जिहड़ी इस वेले पंजाब दी है, हरियाणे दी है, उस नूं किस तरीके दे नाल देखिया जा रहा है खास तौर ते कलाकारां वल्लों, क्योंकि किते ना किते लोकां दे मन दे विच ਇਹ ਸਵਾਲ ਜ਼ਰੂਰ ਆ ਰਿਹਾ ਕਿ ਕਲਾਕਾਰਾਂ ਦੇ ਅੱਗੇ ਆਉਣ ਦੇ ਨਾਲ ਕਿਸ ਤਰੀਕੇ ਦੇ ਨਾਲ ਹੈਲਪ ਹੋਏਗੀ? ਤੁਹਾਡਾ ਕੀ ਕਹਿਣਾ ਇਸ ਬਾਰੇ? ਦੇਖੋ ਜਦੋਂ ਇਹ ਮੁਹਿੰਮ ਵਿੱਢੀ ਗਈ ਸੀਗੀ, ਕਲਾਕਾਰਾਂ ਦੇ ਆਉਣ ਦਾ ਬੈਨੀਫਿਟ ਇਹ ਹੋਇਆ ਕਿ ਨੌਜਵਾਨ ਵਰਗ ਬੜਾ ਖੁੱਲ੍ਹ ਕੇ ਸਾਹਮਣੇ ਆਉਣਾ ਸ਼ੁਰੂ ਹੋਇਆ। ਤੇ ਜਦੋਂ ਤੁਸੀਂ ਆਪਣੀ ਗੱਲ ਰੱਖਣੀ ਹੋਵੇ ਤਾਂ ਲੋਕਾਂ ਨੂੰ ਘਰ ਚੋਂ ਕੱਢਣਾ ਬਹੁਤ ਜ਼ਰੂਰੀ ਹੁੰਦਾ। ਕਲਾਕਾਰਾਂ ਨੇ ਕਿਤੇ ਨਾ ਕਿਤੇ ਉਹ ਰੋਲ ਨਿਭਾਇਆ ਆ। ਜਥੇਬੰਦੀਆਂ ਬਹੁਤ ਚਿਰ ਤੋਂ ਲੱਗੀਆਂ ਹੋਈਆਂ, ਅਸੀਂ ਉਹਨਾਂ ਵਰਗੇ ਕੰਮ ਨਹੀਂ ਕਰ ਸਕਦੇ। ਉਹਨਾਂ ਨੇ ਕੰਮ ਬਹੁਤ ਸੋਹਣੇ ਕੀਤੇ ਨੇ, ਬਹੁਤ ਵਧੀਆ ਉਹ ਮੁਹਿੰਮ ਨੂੰ ਛੇੜਦੇ ਰਹੇ ਨੇ, ਹਰ ਵੇਲੇ ਸੰਘਰਸ਼ ਕਰਦੇ ਰਹੇ ਨੇ। ਪਰ ਅਸੀਂ ਇਸ ਵੇਲੇ ਉਹਨਾਂ ਦੇ ਸੰਘਰਸ਼ ਦੇ ਵਿੱਚ ਸਿਰਫ ਇਸ ਕਰਕੇ ਨਿਤਰੇ ਹਾਂ, ਅਸੀਂ ਉਤਰੇ ਹੀ ਇਸ ਕਰਕੇ ਆ ਕਿ ਆਪਾਂ ਜਵਾਨਾਂ ਨੂੰ ਵੀ ਨਾਲ ਸੰਘਰਸ਼ ਦੇ ਵਿੱਚ ਜੋੜੀਏ ਤੇ ਅਵੇਅਰ ਕਰੀਏ ਕਿ ਸਾਡੇ ਹੱਕ ਮਰੇ ਕਿੱਥੇ ਕਿੱਥੇ ਨੇ। ਸੋ ਭਰਪੂਰ ਕੋਸ਼ਿਸ਼ ਕਰ ਰਹੇ ਹਾਂ ਜੀ ਅਸੀਂ। ਜੇਕਰ ਅਸੀਂ ਗੱਲ ਕਰੀਏ, ਹਾਲੇ ਵੀ ਕਈ ਨੌਜਵਾਨ ਐਸੇ ਨੇ, ਕਈ ਔਰਤਾਂ ਐਸੀਆਂ ਨੇ, ਕਈ ਬਜ਼ੁਰਗ ਜਾਂ ਸਿਆਣੇ ਲੋਕ ਐਸੇ ਨੇ ਜਿਹੜੇ ਇਸ ਗੱਲ ਨੂੰ ਨਕਾਰਦੇ ਨੇ ਤੇ ਇਸ ਗੱਲ ਨੂੰ ਇਹ ਵੀ ਕਹਿੰਦੇ ਨੇ ਕਿ ਇਹ ਜਿਹੜੇ ਆਰਡੀਨੈਂਸ ਪਾਸ ਹੋਏ ਨੇ, ਹੁਣ ਐਕਟ ਬਣ ਚੁੱਕੇ ਨੇ, ਇਹ ਸਾਡੇ ਹਿੱਤਾਂ ਦੇ ਵਿੱਚ ਨੇ। ਉਹਨਾਂ ਲਈ ਕੀ ਸੰਦੇਸ਼ ਹੈ ਤੁਹਾਡੇ? ਸੰਦੇਸ਼ ਇਹ ਹੈ ਕਿ ਤੁਹਾਨੂੰ ਇਸ ਕਰਕੇ ਤੁਹਾਨੂੰ ਲੱਗਦਾ ਹੋਊਗਾ ਕਿ ਸਾਡਾ ਇਹਨਾਂ ਨਾਲ ਵਾਹ ਵਾਸਤਾ ਨਹੀਂ ਜਾਂ ਇਹ ਆਰਡੀਨੈਂਸ ਠੀਕ ਨੇ, ਬਿਕੋਜ਼ ਤੁਸੀਂ ਕਿਸੇ ਨਾ ਕਿਸੇ ਇੰਪ੍ਰੈਸ਼ਨ ਦੇ ਵਿੱਚ ਹੋ। ਇੱਕ ਵਾਰੀ ਸਿੱਧੇ ਤੌਰ ਤੇ ਆਰਡੀਨੈਂਸ ਪੜ੍ਹ ਕੇ ਦੇਖੋ, ਵਿਚਾਰ ਕੇ ਦੇਖੋ, ਥੋੜ੍ਹਾ ਜਿਹਾ ਮਾੜਾ ਜਿਹਾ ਦਿਮਾਗ ਲਾਉਣ ਦੀ ਲੋੜ ਹੈ। ਕੋਈ ਵੀ ਬੰਦਾ ਇਹਨਾਂ ਨੂੰ ਸਮਝ ਲਊਗਾ ਕਿ ਇਹਦੇ ਵਿੱਚੋਂ ਫਾਇਦਾ ਕਿਹਨਾਂ ਨੂੰ ਆ, ਆਮ ਕਿਸਾਨਾਂ ਨੂੰ ਆ ਜਾਂ ਸਨਅਤਕਾਰਾਂ ਨੂੰ ਆ। ਤੇ ਜੇਕਰ ਹੁਣ ਅਸੀਂ ਗੱਲ ਕਰੀਏ ਦੂਸਰੇ ਮੁੱਦੇ ਤੇ ਆਉਂਦੇ ਹਾਂ ਅਸੀਂ, ਜੋ ਕਿ ਗਾਣੇ ਦਾ ਮੁੱਦਾ ਸੀਗਾ, ਜਿਸ ਲਈ ਅੱਜ ਮੇਰੇ ਖਿਆਲ ਨਾਲ ਉਹ ਕਲੀਅਰ ਕਰਨ ਲਈ ਰਣਜੀਤ ਬਾਵਾ ਖੁਦ ਤੁਹਾਡੇ ਨਾਲ ਇੱਥੇ ਮੌਜੂਦ ਹੋਏ ਸੀਗੇ। ਨਹੀਂ, ਇੱਥੇ ਮੈਂ ਤੁਹਾਨੂੰ ਕਰੈਕਟ ਕਰੂੰਗਾ, ਅਸੀਂ ਉਸ ਗੀਤ ਕਰਕੇ ਇਕੱਠੇ ਨਹੀਂ ਹੋਏ ਸੀ। ਇਹ ਮੁਹਿੰਮ ਬਹੁਤ ਪਹਿਲਾਂ ਦੀ ਵਿੱਢੀ ਹੋਈ ਆ। ਉਸ ਮੁਹਿੰਮ ਦੇ ਤਹਿਤ ਹੀ ਉਹ ਵੀ ਪਹੁੰਚੇ ਸੀ ਤੇ ਮੈਂ ਵੀ ਪਹੁੰਚਿਆ। ਸੋ ਆਪਾਂ ਹੁਣ ਦੂਸਰੇ ਮੁੱਦੇ ਤੇ ਆਉਂਦੇ ਹਾਂ। ਇਹ ਗੱਲ ਤੁਸੀਂ ਬਹੁਤ ਬਖੂਬੀ ਦੱਸੀ ਕਿ ਇਸ ਵੇਲੇ ਤੁਸੀਂ ਕਿਸਾਨਾਂ ਦੇ ਕਰਕੇ ਇੱਥੇ ਮੌਜੂਦ ਹੋਏ ਸੀ ਦੋਨੋਂ ਜਾਣੇ, ਪਰ ਪਿੱਛੇ ਜੇ ਇੱਕ ਕੰਟਰੋਵਰਸੀ ਚੱਲ ਪਈ ਸੀਗੀ ਕਿ ਇਹ ਜਿਹੜਾ ਗਾਣਾ ਆ ਕਿਸੇ ਹੋਰ ਦਾ ਲਿਖਿਆ ਆ, ਰਣਜੀਤ ਬਾਵਾ ਨੇ ਖੁਦ ਲਿਖਿਆ ਆ, ਬਹੁਤ ਸਾਰੀਆਂ ਗੱਲਾਂ ਉੱਡੀਆਂ। ਸੋ ਉਸ ਕੰਟਰੋਵਰਸੀ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਰਣਜੀਤ ਬਾਵਾ ਦੇ ਨਾਲ ਮਿਲ ਕੇ ਉਸ ਨੂੰ ਟੈਕਲ ਅਪ ਕੀਤਾ ਤੇ ਕਿਸ ਤਰੀਕੇ ਦੇ ਨਾਲ ਹੁਣ ਤੁਹਾਡਾ ਪੈਚਅਪ ਲੋਕਾਂ ਦੇ ਅਕੋਰਡਿੰਗਲੀ ਜੋ ਪੈਚਅਪ ਹੋਇਆ ਆ ਉਹ ਹੋਇਆ? ਪਹਿਲੀ ਗੱਲ ਤਾਂ ਮੇਰੇ ਤੇ ਰਣਜੀਤ ਭਾ ਵਿੱਚ ਕਦੇ ਕੋਈ ਵਖਰੇਵਾਂ ਹੋਇਆ ਹੀ ਨਹੀਂ, ਸੋ ਪੈਚਅਪ ਦੀ ਤਾਂ ਗੱਲ ਹੀ ਦੂਰ ਹੈ ਨਾ। ਅਗਲੀ ਗੱਲ ਕਿ ਉਹਦੇ ਵਿੱਚੋਂ ਕੀ ਨਿਕਲਿਆ। ਹੁਣ ਤੁਸੀਂ ਫਗਵਾੜੇ ਦੇ ਵਿੱਚ ਬੈਠੇ ਹੋ, ਮੈਂ ਫਗਵਾੜੇ ਦੀ ਤੁਹਾਨੂੰ ਗੱਲ ਦੱਸਦਾ ਕਿ ਉਸ ਗੀਤ ਕਰਕੇ ਸਾਡੇ ਤੇ ਪਰਚਾ ਦਰਜ ਕੀਤਾ ਗਿਆ ਫਗਵਾੜੇ ਸ਼ਹਿਰ ਦੇ ਵਿੱਚ। ਪਰ ਹੋਇਆ ਕੀ ਕਿ ਸਾਰੇ ਧਰਮਾਂ ਦੇ ਆਗੂਆਂ ਨੇ ਸਲਾਹ ਕੀਤੀ ਔਰ ਇਕੱਠੇ ਹੋ ਕੇ ਉਸ FIR ਦੇ ਅਗੇਂਸਟ ਇੱਕ FIR ਦਿੱਤੀ ਗਈ ਕਿ ਜੇ ਪਰਚਾ ਹੁੰਦਾ ਤਾਂ ਅਸੀਂ ਇਹਦੇ ਅਗੇਂਸਟ FIR ਦੇਵਾਂਗੇ। ਸੋ ਉਹਨਾਂ ਦਾ ਇਕੱਠੇ ਹੋਣਾ, ਇਕੱਠੇ ਹੋ ਕੇ ਥਾਣੇ 'ਚ ਪਹੁੰਚਣਾ ਤੇ FIR ਦੇਣਾ, ਉਹ ਸਾਡੀ ਜਿੱਤ ਹੈ।
ਤੇ ਜੇਕਰ ਅਸੀਂ ਗੱਲ ਕਰੀਏ ਇਸੇ ਮੁੱਦੇ ਨੂੰ ਥੋੜਾ ਕੰਟੀਨਿਊ ਕਰਦਿਆਂ ਹੋਇਆਂ ਕਿਤੇ ਨਾ ਕਿਤੇ ਕਿਸਾਨਾਂ ਨੂੰ ਵੀ ਇਸ ਮੁੱਦੇ ਨਾਲ ਜੋੜ ਕੇ ਜੇਕਰ ਅਸੀਂ ਗੱਲ ਕਰੀਏ ਸਿੰਗਰਸ ਦੀ ਤੇ ਉਹਨਾਂ ਨੂੰ ਧਰਮ ਦੀ ਆੜ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੀ ਖਿਲਾਫਤ ਕੀਤੀ ਜਾਂਦੀ ਹੈ, ਲੋਕਾਂ ਨੂੰ ਭੜਕਾਇਆ ਜਾਂਦਾ ਹੈ। ਇੱਕ ਟਕਰਾਰ ਜਿਹੜੀ ਆ ਹੈ ਨਾ, ਇੱਕ ਜਿਹੜਾ ਫੈਨ ਆ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਫੋਲੋਅਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹਨਾਂ ਲੋਕਾਂ ਬਾਰੇ ਕੀ ਬੋਲੋਗੇ ਜੋ ਇਸ ਟਕਰਾਵ ਨੂੰ, ਇਸ ਚੀਜ਼ ਨੂੰ ਭੜਕਾ ਦਿੰਦੇ ਨੇ, ਅੱਗ ਪਾਉਂਦੇ ਨੇ ਇਸ ਚੀਜ਼ ਦੇ ਵਿੱਚ? ਉਹਨਾਂ ਲੋਕਾਂ ਲਈ ਕੀ ਮੈਸੇਜ ਹੈ ਇਹਦੇ 'ਚ? ਮੈਂ ਗੱਲ ਕਹੂੰਗਾ ਕਿ ਸਾਡੇ ਜਿਹੜੇ ਧਾਰਮਿਕ ਇਨਫਲੂਐਂਸਰਸ ਨੇ ਨਾ, ਉਹ ਬੜੇ ਐਕਟਿਵਲੀ ਇਹਦੇ 'ਤੇ ਕੰਮ ਕਰ ਰਹੇ ਨੇ ਕਿ ਕਿੱਦਾਂ ਲੋਕਾਂ ਨੂੰ ਇਨਸਾਨੀਅਤ ਛੋਟੀ ਦਿਖਾਉਣੀ ਹੈ ਤੇ ਧਰਮ ਵੱਡਾ ਦਿਖਾਉਣਾ ਹੈ। ਪਰ ਇਨਸਾਨੀਅਤ ਹੋਊਗੀ ਤੇ ਧਰਮ ਦੀ ਐਗਜ਼ਿਸਟੈਂਸ ਜਿਹੜੀ ਆ ਉਹ ਬਚਦੀ ਹੈ। ਦੂਸਰੀ ਗੱਲ, ਤੁਸੀਂ ਕੋਈ ਵੀ ਧਰਮ ਗ੍ਰੰਥ ਪੜ੍ਹ ਲਓ, ਉਹ ਪਿਆਰ ਦੀ ਗੱਲ ਪਹਿਲਾਂ ਕਰਦਾ ਹੈ, ਇਨਸਾਨੀਅਤ ਦੀ ਗੱਲ ਪਹਿਲਾਂ ਕਰਦਾ ਹੈ। ਸੋ ਜੇ ਅਸੀਂ ਉਸ ਮੁੱਦੇ ਤੇ ਨਹੀਂ ਖੜੇ ਹੋ ਸਕਦੇ ਤੇ ਫਿਰ ਅਸੀਂ ਧਾਰਮਿਕ ਨਹੀਂ ਹੋ ਸਕਦੇ। ਜੇ ਸਾਡੇ ਅੰਦਰ ਦਇਆ ਦਾ ਭਾਵ ਨਹੀਂ ਹੈਗਾ ਤੇ ਧਰਮ ਦੀ ਨੀਤੀ ਕਦੀ ਵੀ ਨਹੀਂ ਆ ਸਕਦੀ ਸਾਡੇ ਅੰਦਰ। ਸੋ ਇਹ ਤਾਂ ਆਪਣੀ ਆਪਣੀ ਅੰਡਰਸਟੈਂਡਿੰਗ ਆ, ਆਪਣੀ ਆਪਣੀ ਅਵੇਅਰਨੈਸ ਹੈ ਕਿ ਤੁਸੀਂ ਇੱਕ ਸਿਆਸਤਦਾਨ ਦੇ ਪਿੱਛੇ ਲੱਗਣਾ ਆ ਜਾਂ ਤੁਸੀਂ ਵਾਕਿਆ ਹੀ ਧਰਮ ਨੂੰ ਸਮਝਣ ਦੀ ਕੋਸ਼ਿਸ਼ ਦੇ ਵਿੱਚ ਹੋ ਜਾਂ ਅਧਿਆਤਮ ਨੂੰ ਸਮਝਣ ਦੀ ਕੋਸ਼ਿਸ਼ ਦੇ ਵਿੱਚ ਹੋ। ਇਹ ਡਿਪੈਂਡ ਕਰਦਾ ਹੈ ਇੰਡੀਵਿਜੂਅਲ ਟੂ ਇੰਡੀਵਿਜੂਅਲ ਕਿ ਉਹਦੀ ਸੋਚ ਕਿੱਦਾਂ ਦੀ ਹੈ। ਥੈਂਕ ਯੂ ਜੀ। ਸੋ ਇਸ ਤੋਂ ਪਹਿਲਾਂ ਕਿ ਤੁਸੀਂ ਜਾਓ ਇੱਥੋਂ, ਇੱਕ ਆਖਰੀ ਸਵਾਲ, ਸੌਰੀ ਤੁਹਾਡੇ ਪੈਰ ਤੇ ਵੀ ਸੱਟ ਲੱਗੀ ਹੋਈ ਹੈ, ਦਰਸ਼ਕਾਂ ਨੂੰ ਜ਼ਰੂਰ ਇੱਕ ਵਾਰ ਦਿਖਾ ਦਿੰਨੇ ਆ ਕਿ ਮੋਚ ਆਈ ਹੋਈ ਹੈ, ਉਹਦੇ ਬਾਵਜੂਦ ਇੱਥੇ ਇਸ ਜਗ੍ਹਾ ਤੇ ਮੌਜੂਦ ਹੋਏ ਨੇ, ਇਸ ਧਰਨੇ ਦੇ ਵਿੱਚ ਮੌਜੂਦ ਹੋਏ ਨੇ। ਆਖਰੀ ਸਵਾਲ ਤੁਹਾਡੇ ਨਾਲ ਇਹੀ ਰਹੇਗਾ ਕਿ ਜਿੰਨਾ ਵੀ ਹੁਣ ਆਰਡੀਨੈਂਸ ਹੈ, ਇਹ ਐਕਟ ਬਣ ਚੁੱਕਾ ਆ, ਸਰਕਾਰ ਦੇ ਕੰਨ ਦੇ ਉੱਤੇ ਜੂੰ ਸਰਕਦੀ ਨਜ਼ਰ ਨਹੀਂ ਆਉਂਦੀ। ਕਿਸੇ ਵੀ ਤਰ੍ਹਾਂ ਦਾ ਕੋਈ ਮੰਨਣ ਨੂੰ ਤਿਆਰ ਨਹੀਂ ਨੇ ਗੱਲ ਇਸ ਵੇਲੇ, ਕੋਈ ਸ਼ਰਤ ਮੰਨਣ ਨੂੰ ਤਿਆਰ ਨਹੀਂ ਨੇ। 27 ਨਵੰਬਰ ਨੂੰ ਮੁਹਿੰਮ ਜਿਹੜੀ ਹੈ, ਇਹ ਸੰਘਰਸ਼ ਜਿਹੜਾ ਹੈ ਦਿੱਲੀ ਪਹੁੰਚਣ ਵਾਲਾ ਹੈ। ਹੁਣ ਤੁਸੀਂ ਉਸ ਸੰਘਰਸ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਤੇ ਕਿਸ ਤਰੀਕੇ ਨਾਲ ਤੁਸੀਂ ਇਹ ਪਹਿਲਾਂ ਆਪਣੀ ਪ੍ਰੀਕਾਸ਼ਨਸ ਲੈ ਕੇ ਚੱਲੋਗੇ ਕਿ ਉੱਥੇ ਜਿਹੜਾ ਜਾ ਕੇ ਜੇਕਰ ਕਿਸੇ ਤਰ੍ਹਾਂ ਦਾ ਵੀ ਖਿਲਾਫਤ ਕੀਤੀ ਜਾਂਦੀ ਹੈ, ਸੰਘਰਸ਼ ਕੀਤਾ ਜਾਂਦਾ ਹੈ, ਐਕਟ ਕੀਤਾ ਜਾਂਦਾ ਹੈ ਕਿਸਾਨਾਂ ਵੱਲੋਂ, ਤੇ ਉੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਮਾਣ ਕਹਿ ਲਓ ਵੀ ਹਾਨੀ ਨਾ ਹੋਵੇ, ਕਿਸੇ ਨੂੰ ਕੋਈ ਧੱਕੇਸ਼ਾਹੀ ਨਾ ਹੋਵੇ। ਸੋ ਉਸ ਚੀਜ਼ ਲਈ ਕਿਸ ਤਰੀਕੇ ਨਾਲ ਪ੍ਰਿਪੇਅਰ ਹੋ ਕੇ ਇੱਥੋਂ ਤੁਸੀਂ ਇਹਨਾਂ ਨੂੰ ਜੁਆਇਨ ਕਰੋਗੇ? ਕੋਸ਼ਿਸ਼ ਇਹੀ ਹੈ ਕਿ ਅਸੀਂ ਜਥੇਬੰਦੀਆਂ ਨੂੰ ਬੇਨਤੀ ਕਰੀਏ ਕਿ ਅਸੀਂ ਸਾਰੇ ਬਹੁਤ ਸ਼ਾਂਤੀ ਨਾਲ, ਬੜੇ ਲੀਗਲ ਵੇ ਦੇ ਨਾਲ ਹੀ ਆਪਣੀਆਂ ਮੰਗਾਂ ਨੂੰ ਕੈਰੀ ਕਰਦੇ ਹੋਏ ਦਿੱਲੀ ਵੱਲ ਨੂੰ ਕੂਚ ਕਰੀਏ। ਤੇ ਬਾਕੀ ਜਿਹੜੀਆਂ ਸਿਆਸੀ ਪਾਲਿਸੀਜ਼ ਨੇ ਜਾਂ ਸਿਆਸੀ ਜਿਹੜੇ ਮਾਪਦੰਡ ਨੇ, ਉਹਨਾਂ ਤੋਂ ਥੋੜ੍ਹਾ ਜਿਹਾ ਪਰਹੇਜ਼ ਕਰਦੇ ਹੋਏ, ਸੁਚੇਤ ਰਹਿੰਦੇ ਹੋਏ ਕਿ ਉਹ ਕੀ ਕਰ ਸਕਦੇ ਨੇ ਜਾਂ ਕਿਸ ਚੀਜ਼ ਦਾ ਖਦਸ਼ਾ ਸਾਨੂੰ ਆਲਰੇਡੀ ਹੈਗਾ, ਉਹਨਾਂ ਤੋਂ ਕਿੱਦਾਂ ਬਚਾਅ ਕਰਨਾ ਹੈ, ਜਵਾਨਾਂ ਨੂੰ ਕਿੱਦਾਂ ਬਚਾਉਣਾ, ਇਹ ਪ੍ਰੀਕਾਸ਼ਨਸ ਪਹਿਲਾਂ ਲੈ ਕੇ ਹੀ ਨਿਕਲਾਂਗੇ ਜੀ। ਥੈਂਕ ਯੂ। ਸੋ ਇਹ ਸੀਗੇ ਜੀ ਬੀਰ ਸਿੰਘ ਜੀ, ਜੋ ਕਿ ਇੱਥੇ ਅੱਜ ਫਗਵਾੜੇ ਦੇ ਵਿੱਚ ਤੀਸਰੇ ਧਰਨੇ ਦੇ ਵਿੱਚ ਮੌਜੂਦ ਹੋਏ ਨੇ, ਜਿਨ੍ਹਾਂ ਨੇ ਇਸ ਤੌਰ ਦੇ ਉੱਤੇ ਗੱਲ ਕੀਤੀ ਹੈ ਕਿ ਸ਼ਹਿਰੀ ਜਿਹੜਾ ਆ ਉਹ ਇੱਕ ਕਿਸਾਨ ਦੇ ਨਾਲ ਨਹੀਂ ਬਲਕਿ ਪੰਜਾਬ ਦੇ ਹੀ ਨਹੀਂ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦੇ ਨਾਲ ਖਲੋਤੇ ਆ। ਜਿੱਥੇ ਉਹਨਾਂ ਨੇ ਧਰਨੇ ਲਗਾਏ ਹੈ ਉੱਥੇ ਹੀ ਉਹ ਨਾਲੋਂ ਨਾਲ ਇਹ ਵੀ ਗੱਲ ਕਹਿੰਦੇ ਆ ਕਿ ਇਸ ਧਰਨਿਆਂ ਦੇ ਨਾਲ ਸਾਨੂੰ ਕੋਈ ਦਿੱਕਤ ਨਹੀਂ ਹੋਈ, ਬਲਕਿ ਜਿਹੜੀ ਗਵਰਨਮੈਂਟ ਹੈ, ਕੇਂਦਰ ਸਰਕਾਰ ਹੈ, ਉਹਨਾਂ ਨੂੰ ਆਪਣੇ ਇਸ ਐਕਟ ਦੇ ਉੱਤੇ ਦੁਬਾਰਾ ਇੱਕ ਵਾਰ ਵਿਚਾਰ ਕਰਨਾ ਚਾਹੀਦਾ ਹੈ। ਕੈਮਰਾਮੈਨ ਗੁਲਸ਼ਨ ਦੇ ਨਾਲ ਮਨਰਾਜਦੀਪ ਚੱਠਾ, ਜਲੰਧਰ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।